ਦਾ ਇੱਕ ਵਾਰ ਮੁੜ ਸਵਾਗਤ ਹੈ। D5 ਚੈਨਲ ਪੰਜਾਬੀ ਦੇ ਉੱਤੇ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸਾਰੀ ਕਵਰੇਜ ਪੰਜ ਰਾਜਾਂ ਦੇ ਵਿੱਚ ਹੋਈਆਂ ਚੋਣਾਂ ਦੇ ਰੁਝਾਨਾਂ ਦੀ। ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ। ਪੱਛਮੀ ਬੰਗਾਲ ਦੇ ਵਿੱਚ TMC ਤੇ ਭਾਜਪਾ ਦੇ ਦਰਮਿਆਨ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਤੇ ਫਿਲਹਾਲ TMC ਰੁਝਾਨਾਂ ਦੇ ਅਨੁਸਾਰ ਅੱਗੇ ਚੱਲ ਰਹੀ ਹੈ ਤੇ ਭਾਜਪਾ ਪਿੱਛੇ ਚੱਲ ਰਹੀ ਹੈ। ਗੱਲ ਕੀਤੀ ਜਾਵੇ ਮੌਜੂਦਾ ਅੰਕੜਿਆਂ ਦੀ ਤਾਂ TMC ਜਾ ਰਹੀ ਹੈ 157 ਵੋਟਾਂ ਦੇ ਸੀਟਾਂ ਦੇ ਉੱਤੇ ਅੱਗੇ ਤੇ ਜਿਹੜੀ ਭਾਜਪਾ ਹੈ ਉਹ 119 ਦੇ ਉੱਤੇ ਖੜੀ ਹੋਈ ਹੈ, ਜਿਹੜੀ बढ़त ਵੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ। ਸਾਡੇ ਨਾਲ ਫਿਰ ਜੁੜੇ ਹੋਏ ਨੇ ਜਸਪਾਲ ਸਿੰਘ ਢਿੱਲੋਂ, ਸੀਨੀਅਰ ਪੱਤਰਕਾਰ ਨੇ। ਸਿਆਸਤ ਦੇ ਨਾਲ ਜਿੰਨੇ ਵੀ ਜੁੜੇ ਮਾਮਲੇ ਨੇ, ਜਿੰਨੇ ਵੀ ਸਮਾਜਿਕ ਮੁੱਦੇ ਨੇ, ਧਾਰਮਿਕ ਮੁੱਦੇ ਨੇ, ਇਹਨਾਂ ਦੇ ਉੱਤੇ ਚੰਗੀ ਸੋਚ ਸਮਝ ਰੱਖਦੇ ਨੇ, ਸਾਡੇ ਨਾਲ ਹਮੇਸ਼ਾ ਹੀ ਜੁੜਦੇ ਨੇ। ਢਿੱਲੋਂ ਸਾਹਿਬ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਕੀ ਲੱਗਦਾ ਹੈ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆ ਰਹੇ ਨੇ, ਖਾਸ ਕਰ ਪੱਛਮੀ ਬੰਗਾਲ ਦੀ ਗੱਲ ਕੀਤੀ ਜਾਵੇ, ਉਸ ਤੋਂ ਇਲਾਵਾ ਕੇਰਲ ਹੋ ਗਿਆ, ਤਾਮਿਲਨਾਡੂ ਹੋ ਗਿਆ, ਪੁਡੂਚੇਰੀ ਹੋ ਗਈ, ਅਸਾਮ ਹੋ ਗਿਆ, ਇਹਦੇ ਵਿੱਚ ਵੀ ਮਤਗਣਨਾ ਜਿਹੜੀ ਚੱਲ ਰਹੀ ਹੈ, ਵੋਟਿੰਗ ਹੋਈ ਸੀ, ਗਿਣਤੀ ਜਾਰੀ ਹੈ, ਤੇ ਕੀ ਲੱਗਦਾ ਹੈ ਕਿ ਪੱਛਮੀ ਬੰਗਾਲ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਪੱਛਮੀ ਬੰਗਾਲ ਦੇ ਵਿੱਚ ਭਾਜਪਾ ਤੇ TMC ਦੀ ਕਾਂਟੇ ਦੀ ਟੱਕਰ ਆ, ਕਿਹਦੀ ਜਿੱਤ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਨੇ? ਦੇਖੋ, ਇਹ ਹੈਗੇ ਨੇ ਆਰੰਭਕ ਰੁਝਾਨ। ਅਜੇ ਮੇਰੇ ਖਿਆਲ 3-3, 4-4 ਰਾਊਂਡ ਤੋਂ ਅੱਗੇ ਨਹੀਂ ਗਿਆ। ਜਦੋਂ 50% ਰਾਊਂਡ ਤੋਂ ਗਿਣਤੀ ਅੱਗੇ ਚੱਲ ਜਾਵੇ ਨਾ, ਉਸ ਵੇਲੇ ਕੁਝ ਕਿਹਾ ਜਾ ਸਕਦਾ। ਆਰੰਭਕ ਜਿਹੜੇ ਰੁਝਾਨ ਨੇ, ਇਹਨਾਂ ਦੇ ਵਿੱਚ ਬਦਲਾਅ ਆ ਸਕਦਾ ਜੀ। 294 ਸੀਟਾਂ ਨੇ, ਉਹਨਾਂ ਦੇ ਵਿੱਚੋਂ 2 ਸੀਟਾਂ ਤੇ ਚੋਣ ਨਹੀਂ ਹੋਈ ਜੀ। 292 ਤੇ ਹੋਈ ਆ। 292 ਦੇ ਵਿੱਚੋਂ 285 ਦੇ ਜਿਹੜੇ ਰੁਝਾਨ ਨੇ ਉਹ ਸਾਡੇ ਸਾਹਮਣੇ ਨੇ। ਇਹਨਾਂ 286 ਦੇ ਵੱਧ ਗਿਆ ਜੀ। 159 ਸੀਟਾਂ ਦੇ ਉੱਤੇ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹ ਇਸ ਵੇਲੇ ਨੰਬਰ 1 ਤੇ ਹੈ ਜੀ। ਬਹੁਮਤ ਤੋਂ ਅੱਗੇ ਹੈ। ਨੰਬਰ 2 ਦੇ ਉੱਤੇ ਜਿਹੜੇ ਕਹਿੰਦੇ ਸੀ ਕਿ ਉਹ ਦੀਦੀ ਉਹ 120 ਤੇ ਨੇ ਜੀ। ਇਸ ਤੋਂ ਇਲਾਵਾ ਜਿਹੜੇ ਖੱਬੀਆਂ ਧਿਰਾਂ ਸੀ ਤੇ ਕਾਂਗਰਸ ਰਲ ਕੇ ਲੜੀ ਸੀ ਉੱਥੇ, ਉਹਨਾਂ ਨੇ ਸਿਰਫ 4 ਸੀਟਾਂ ਤੇ ਰੁਝਾਨ ਦੇ ਵਿੱਚੋਂ ਅੱਗੇ ਨੇ। 3 ਸੀਟਾਂ ਤੇ ਜਿਹੜਾ ਹੈਗਾ ਉਹ ਆਜ਼ਾਦ ਜੀ। ਸੋ ਇਸ ਸਥਿਤੀ ਦੇ ਵਿੱਚ ਕੁਝ ਜਿਹੜੇ ਸਾਡੇ ਕੱਲ ਐਗਜ਼ਿਟ ਪੋਲ ਆਏ ਸੀਗੇ, ਉਹਨਾਂ ਐਗਜ਼ਿਟ ਪੋਲਾਂ ਨੇ ਦੇ ਵਿੱਚ ਜਿਹੜਾ ਖਾਸ ਕਰ ਸੀ ਵੋਟਰ ਹੈ, ਕੁਝ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹ 148 ਤੋਂ 164-65 ਤੱਕ ਜਾ ਸਕਦੀ ਹੈ। 148 ਤੋਂ 164-65 ਤੱਕ, ਇਸ ਵੇਲੇ 160 ਤੱਕ, 161 ਤੱਕ ਉਹ ਪਹੁੰਚ ਗਈ ਹੈ। ਜੇ 161 ਤੇ ਪਹੁੰਚ ਗਈ ਹੈ ਤਾਂ ਭਾਰਤੀ ਜਨਤਾ ਪਾਰਟੀ 118 ਜੀ, ਤਾਂ 40 ਦੇ ਕਰੀਬ ਫਰਕ ਪੈ ਗਿਆ ਹੈਗਾ। ਰੁਝਾਨਾਂ ਦੇ ਭਾਵੇਂ ਇਹ ਆਰੰਭਕ ਰੁਝਾਨ ਨੇ, ਇਹਦਾ ਮਤਲਬ ਜੇ ਅੱਧ ਤੋਂ ਤੱਕ ਵੀ ਇਹੀ ਰੁਝਾਨ ਤੁਰੇ ਜਾਂਦੇ ਨੇ ਜਾਂ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਆਉਂਦਾ ਤਾਂ ਕਹਿ ਸਕਦੇ ਆ ਕਿ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਉੱਥੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਸਕਦੀ ਹੈ। ਪਰ ਇਸ ਵੇਲੇ ਕਹਿਣਾ ਕੋਈ ਮਤਲਬ ਨਹੀਂ ਗੱਲ ਹੈਗੀ, ਕਿਉਂਕਿ ਰੁਝਾਨ ਜਦੋਂ ਅੱਧ ਤੋਂ ਬਾਅਦ ਲੰਘ ਜਾਣ ਜੀ, ਫਿਰ ਲੱਗਦਾ ਹੁੰਦਾ ਕਿ ਹਾਂ ਹੁਣ ਕੋਈ ਨਾ ਕੋਈ ਜਿਹੜਾ ਐਦੂ ਗਾਹਾਂ ਨਹੀਂ ਹੁੰਦਾ ਹੈਗਾ। ਆਪਾਂ ਕਾਂਟੇ ਦੀ ਟੱਕਰ ਕਹਿ ਰਹੇ ਹਾਂ ਕਿਉਂਕਿ 117 ਨੇ, ਉਹ 161 ਨੇ। 47 ਸੀਟਾਂ ਦਾ ਫਰਕ ਪੈ ਗਿਆ ਆਪਸ ਵਿੱਚ ਦੀ। ਪਹਿਲਾਂ ਇਹ ਬਿਲਕੁਲ ਬਰਾਬਰ ਚੱਲ ਰਿਹਾ ਸੀ, ਕੋਈ 2 ਅੱਗੇ ਸੀ, ਕੋਈ 1 ਅੱਗੇ ਹੁੰਦੀ, 2 ਹੁੰਦੀ। ਪਰ ਜਦੋਂ ਹੁਣ 40-42 ਸੀਟਾਂ ਦਾ ਫਰਕ ਪੈ ਜੇ ਤਾਂ ਇਹ ਕਈ ਵਾਰੀ ਮੇਟ ਦਾ ਨਹੀਂ ਹੁੰਦਾ। ਸੋ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮੁੱਖ ਮੰਤਰੀ ਹੈ ਬੀਬੀ ਮਮਤਾ ਬੈਨਰਜੀ, ਜੇ ਉਹ ਤੀਜੀ ਵਾਰ ਵੀ ਉੱਥੇ ਆਪਦੀ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੀ ਹੈ, ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੋਵੇਗੀ ਜੀ। ਇੱਕ ਪਾਸੇ ਪੂਰੀ ਕੇਂਦਰ ਦੀ ਸਰਕਾਰ ਉਹਦੇ ਹਰਾਉਣ ਵਾਸਤੇ ਲੱਗੀ ਹੋਵੇ, 2 ਜਿਹੜੇ ਸਭ ਤੋਂ ਵੱਡੇ, ਸਭ ਤੋਂ ਤਾਕਤਵਰ ਲੋਕ ਸੀਗੇ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਉਹਨਾਂ ਦੀਆਂ ਟੀਮਾਂ ਪਤਾ ਨਹੀਂ ਕਿੰਨੇ ਕੁ ਰਾਜਾਂ ਦੇ ਜਿਹੜੇ ਸੀਗੇ ਮੁੱਖ ਮੰਤਰੀ ਤੇ ਹੋਰ ਫੌਜਾਂ ਉੱਥੇ ਲੱਗੀਆਂ ਹੋਈਆਂ ਸੀ ਮਮਤਾ ਬੈਨਰਜੀ ਨੂੰ ਹਰਾਉਣ ਵਾਸਤੇ, ਇੱਕ ਔਰਤ ਨੂੰ। ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਮੁਕਾਬਲੇ ਇੱਕ ਦੂਜੇ ਨਾਲ ਲੜੋ, ਪਰ ਰੁਝਾਨ ਇਹ ਨਾ ਕਰੋ ਕਿ ਜੇ ਧਰਮਿੰਦਰ ਨੇ ਆਪਣੀ ਜਿਹੜੀ ਲੰਬੀ ਲਕੀਰ ਹੈ ਕਾਮਯਾਬੀ ਦੀ ਉਹ 15 ਫੁੱਟ ਪਾਈ ਹੈ ਤੇ ਗੁਰਪ੍ਰੀਤ ਦੀ ਹੈਗੀ ਆ ਉਹ 13 ਫੁੱਟ,
ਤੇ ਗੁਰਪ੍ਰੀਤ ਧਰਮਿੰਦਰ ਦੇ 4 ਫੁੱਟ ਤੇ ਮਾਰੇ ਗੰਡਾਸਾ ਵੀ ਚੱਕ ਬਈ ਮੈਂ ਅੱਗੇ ਜੀ। ਚਾਹੀਦਾ ਇਹ ਹੈ ਕਿ ਆਪਾਂ ਉਸ ਤੋਂ ਲੰਬੀ ਲਕੀਰ ਖਿੱਚੀ ਜਾਵੇ, ਉਸ ਤੋਂ ਅੱਗੇ ਮੁਕਾਬਲੇ 'ਚ ਉਸ ਤੋਂ ਅੱਗੇ ਜਾਓ। ਜੇ ਉਸ ਪਾਸੇ ਵੱਲ ਜਾਓਗੇ ਤਾਂ ਕਾਫੀ ਚੰਗਾ ਰੁਝਾਨ ਹੁੰਦਾ ਹੈ, ਪਰ ਜੇ ਅਸੀਂ ਉਸ ਪਾਸੇ ਵੱਲ ਨਹੀਂ ਜਾਵਾਂਗੇ ਤਾਂ ਇਹ ਮੰਦਭਾਗੀ ਹੈ। ਤੁਸੀਂ ਆਪਦੀ ਮਿਹਨਤ ਆਪਦੇ ਮੁਕਾਬਲੇ ਦੇ ਨਾਲ ਅੱਗੇ ਜਾਓ ਤਾਂ ਲੋਕ ਤੁਹਾਨੂੰ ਉਹ ਕਹਿਣਗੇ। ਜੇ 3 ਵਾਰ ਉੱਥੇ ਤੀਜੀ ਵਾਰ ਹੁਣ ਆਪਣੀ ਸਰਕਾਰ ਬਣਾਵੇਗੀ ਮਮਤਾ ਬੈਨਰਜੀ, ਕੁਝ ਚੀਜ਼ਾਂ ਉਸ ਨੇ ਨਵੀਆਂ ਪਿਰਤਾਂ ਪਾਤੀਆਂ ਇਸ ਉਹਦੇ ਵਿੱਚ। ਮੈਂ ਪਹਿਲੀ ਵਾਰ ਉਹਨਾਂ ਨੂੰ ਜਦੋਂ ਸਰਾਏ ਬੰਜਾਰੇ ਦੇ ਕੋਲ 2 ਰੇਲਾਂ ਦਾ ਹਾਦਸਾ ਹੋਇਆ ਸੀ, ਉਸ ਵੇਲੇ ਪਹਿਲੀ ਵਾਰ ਮਮਤਾ ਬੈਨਰਜੀ ਨੂੰ ਦੇਖਿਆ। ਉਹ ਰਾਤ ਨੂੰ ਤਕਰੀਬਨ 8 ਵਜੇ ਇੱਥੇ ਸਪੈਸ਼ਲ ਰੇਲ 'ਚ ਆਏ ਸੀ, ਜਦੋਂ 2 ਗੱਡੀਆਂ ਆਪਸ ਵਿੱਚ ਜੀ ਭਿੜੀਆਂ ਸਨ ਸਰਾਏ ਬੰਜਾਰਾ ਸਟੇਸ਼ਨ ਦੇ ਉੱਤੇ, ਸਰਹੰਦ ਤੇ ਰਾਜਪੁਰੇ ਦੇ ਵਿਚਕਾਰ ਜੀ। ਤਾਂ ਅਸੀਂ ਉਦੋਂ ਉਹਨਾਂ ਨੂੰ ਸਵਾਲ ਵੀ ਕੀਤੇ। ਮੈਂ ਇਹ ਦੇਖ ਕੇ ਬੜਾ ਇੰਪ੍ਰੈਸ ਹੋਇਆ ਕਿ ਵੀ ਸ਼ੇਪ ਦੀ ਚੱਪਲ, ਬਹੁਤ ਹੀ ਸਿੰਪਲ ਕਿਹਾ ਵੀ ਉਹੀ 5-4 ਸਾੜੀਆਂ ਨੇ, ਉਹੀ ਉਹਨਾਂ ਦਾ 3 ਕਮਰਿਆਂ ਦਾ ਘਰ ਹੈ ਤੇ ਅੱਜ ਵੀ ਉਹ ਕੁਝ ਵੀ ਪੈਦਾ ਕਰ ਸਕਦੀ ਹੈ। ਇਹਦੇ ਬਾਵਜੂਦ ਵੀ ਉਹ 3 ਕਮਰਿਆਂ ਦੇ ਘਰ 'ਚ ਹੀ ਰਹਿੰਦੀ ਹੈ। ਇੰਨਾ ਸਾਦਾ ਰਹਿਣਾ, ਸਾਦੇ ਤੋਂ ਇਲਾਵਾ ਜਿਹੜੇ 7 ਵਾਰ ਉਹ ਮੈਂਬਰ ਪਾਰਲੀਮੈਂਟ ਬਣੇ ਨੇ, ਜਿਹਦੇ ਵਿੱਚੋਂ ਰੇਲ ਮੰਤਰੀ ਤੱਕ ਦਾ ਜਿਹੜਾ ਅਹਿਮ ਅਹੁਦਾ ਸੀ ਉਹ ਵੀ ਪ੍ਰਾਪਤ ਕੀਤਾ, ਤੇ 7 ਵਾਰਾਂ ਦੀ ਕੋਈ ਪੈਨਸ਼ਨ ਨਹੀਂ ਲੈ ਰਹੀ, ਵਿਧਾਨ ਸਭਾ 'ਚ ਕੋਈ ਪੈਨਸ਼ਨ ਨਹੀਂ ਲੈ ਰਹੀ। ਉਹ ਜਿਹੜੀਆਂ ਆਪਦੀਆਂ ਕਿਤਾਬਾਂ ਲਿਖੀਆਂ ਸੀ ਪਿਛਲੇ ਸਮੇਂ ਦੌਰਾਨ, ਉਹਨਾਂ ਨੇ ਉਹਦੀ ਰਾਇਲਟੀ ਦੇ ਨਾਲ ਹੀ ਕੰਮ ਚਲਾ ਰਹੀ ਜੀ। ਇਸ ਤਰ੍ਹਾਂ ਦੇ ਆਗੂ ਬਹੁਤ ਘੱਟ ਮਿਲਦੇ ਹੁੰਦੇ ਨੇ। ਨੰਦੀਗ੍ਰਾਮ ਦੇ ਵਿੱਚੋਂ ਉਹ ਕਹਿੰਦੇ ਆ ਵੀ ਪਿੱਛੇ ਚੱਲ ਰਹੇ ਨੇ, 3 ਰਾਊਂਡਾਂ ਦੇ ਵਿੱਚ 8,000 ਪਿੱਛੇ ਨੇ। ਪਤਾ ਨਹੀਂ, ਮੈਂ ਨਹੀਂ ਸਮਝਦਾ ਕਿ ਐਡਾ ਵੱਡਾ ਆਗੂ ਜਿਹੜਾ 7 ਵਾਰ MP, 2 ਵਾਰ ਮੁੱਖ ਮੰਤਰੀ, ਉਹਨਾਂ ਨੇ ਜੇ ਨੰਦੀਗ੍ਰਾਮ ਦੀ ਚੋਣ ਕੀਤੀ ਸੀ ਤਾਂ ਉਹ ਕੋਈ ਜਿਹੜੇ ਆਪਦੇ ਅੰਕੜੇ ਸੀ ਉਹਨਾਂ ਦੇ ਵਿੱਚ ਕੋਈ ਸਹੀ ਚੋਣ ਨਹੀਂ ਕੀਤੀ। ਇਸ ਤਰ੍ਹਾਂ ਦੇ ਆਗੂ ਹਮੇਸ਼ਾ ਉਹੀ ਚੋਣ ਲੜਦੇ ਹੁੰਦੇ ਨੇ ਜਿੱਥੋਂ ਉਹ ਜੇਤੂ ਰਹਿਣ। ਮਤਲਬ ਦੂਜੀ ਸੀਟ ਤੇ ਬੰਦਾ ਉਦੋਂ ਹੀ ਜਾਂਦਾ ਹੁੰਦਾ ਜਦੋਂ ਉਹਦਾ ਜਿਹੜੀਆਂ ਨੇ ਲੱਗੇ ਵੀ ਮੈਂ ਇਸ ਸੀਟ ਤੋਂ ਹਾਰ ਸਕਦਾ। ਉਹਨਾਂ ਨੇ ਇੱਕੋ ਸੀਟ ਚੁਣੀ ਤਾਂ ਇਹਦਾ ਮਤਲਬ ਇਹ ਹੈ ਇਸ ਵੇਲੇ ਤ੍ਰਿਮੂਲ ਦੇ ਜਿਹੜੇ ਆ 165, 286 ਚੋਂ ਜੀ 6 ਅਜੇ ਰਹਿੰਦੀਆਂ ਨੇ, ਤੇ ਭਾਰਤੀ ਜਨਤਾ ਪਾਰਟੀ 114 ਤੇ ਰਹਿ ਗਈ ਹੈ। ਸੋ 1 ਘੰਟੇ ਦੇ ਕਰੀਬ ਦਾ ਵਕਫ ਹੋ ਗਿਆ ਕਿ ਇਹ ਗੈਪ ਵੱਧ ਗਿਆ, ਭਾਵੇਂ ਰੁਝਾਨ ਨਹੀਂ, ਪਰ ਜੇ ਇਹ ਗੈਪ ਐਸੇ ਤਰ੍ਹਾਂ ਰਹਿੰਦਾ ਤਾਂ ਤ੍ਰਿਮੂਲ ਕਾਂਗਰਸ ਵਾਸਤੇ ਜਿਹੜੀ ਨਵੀਂ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੁੰਦਾ ਜਾ ਰਿਹਾ ਹੈਗਾ ਜੀ। ਸੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦਾ ਕੰਮ ਕਰਦੇ ਆ, ਜਾਂ ਅਮਿਤ ਸ਼ਾਹ ਨੇ ਉੱਥੇ ਕੰਮ ਕੀਤਾ, ਭਾਵੇਂ ਇਹ ਰੁਝਾਨ ਨਹੀਂ, ਅਸੀਂ ਉਦੋਂ ਤੱਕ ਕਹਿ ਨਹੀਂ ਸਕਦੇ ਕਿ ਇਹ ਨਤੀਜਿਆਂ ਦੇ ਵਿੱਚ ਬਦਲ ਗਿਆ ਹੈਗਾ। ਅਗਲੇ ਸਮੇਂ ਦੇ ਵਿੱਚ ਨਤੀਜਿਆਂ ਦੇ ਵਿੱਚ ਵੀ ਜਦੋਂ ਬਦਲ ਜਾਵੇਗਾ ਤਾਂ ਉਸ ਵੇਲੇ ਅਸੀਂ ਜਿਹੜੀ ਵੀ ਧਿਰ ਜਿੱਤੇਗੀ ਉਹਨੂੰ ਅਸੀਂ ਵਧਾਈ ਦੇਵਾਂਗੇ। ਪਰ ਪੱਛਮੀ ਬੰਗਾਲ ਦੇ ਵਿੱਚ ਜਿਵੇਂ ਖੱਬੀਆਂ ਤੇ ਆਜ਼ਾਦ ਉਮੀਦਵਾਰਾਂ ਦਾ ਹਾਲ ਹੋਇਆ, ਖਾਸ ਕਰ ਕਾਂਗਰਸ ਦਾ ਜੀ, ਇਹ ਕਾਂਗਰਸ ਨੂੰ ਹੁਣ ਆਪਣੇ ਪੈਰਾਂ ਥੱਲੇ ਸੋਟਾ ਫੇਰਨਾ ਚਾਹੀਦਾ। ਪੈਰਾਂ ਥੱਲੇ ਸੋਟਾ ਤਾਂ ਇਹਨਾਂ ਨੂੰ ਬਿਹਾਰ ਦੀਆਂ ਚੋਣਾਂ 'ਚ ਹੀ ਫੇਰ ਲੈਣਾ ਚਾਹੀਦਾ ਸੀ, ਜਿੱਥੇ ਇਹਨਾਂ ਨੇ 35 ਤੋਂ 70 ਸੀਟਾਂ। ਪੰਜਾਬੀ ਦੀ ਕਹਾਵਤ ਆ ਵੀ ਆਪ ਵੀ ਡੁੱਬੇ ਤੇ ਜਜਮਾਨ ਵੀ ਡੁੱਬੇ। ਇਹਨਾਂ ਨੂੰ ਬਥੇਰਾ ਕਿਹਾ ਸੀ ਤੇਜਸਵੀ ਯਾਦਵ ਹੋਰਾਂ ਨੇ ਕਿ ਤੁਸੀਂ 35 ਦੀ ਬਜਾਏ 40 ਲੈ ਲਓ ਜੀ, ਬਾਕੀ 30 ਸੀਟਾਂ ਸਾਨੂੰ ਲੜਨ ਦਿਓ। ਤੇ 70 ਚੋਂ ਮਿਲੀਆਂ ਕਿੰਨੀਆਂ ਇਹਨਾਂ ਨੂੰ? 20 ਵੀ ਨਹੀਂ ਮਿਲੀਆਂ। ਇਹਦੇ ਮੁਕਾਬਲੇ ਖੱਬੀਆਂ ਧਿਰਾਂ ਨੇ ਉੱਥੇ 30 ਦੇ ਕਰੀਬ ਸੀਟਾਂ ਲੜੀਆਂ, ਉਹ 22 ਜਿੱਤ ਗਏ। ਸੋ ਕਾਂਗਰਸ ਨੂੰ ਆਪਣਾ ਪੈਰਾਂ ਥੱਲੇ, ਆਪਣੇ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ, ਨਹੀਂ ਤਾਂ ਉਹ ਇਸੇ ਤਰ੍ਹਾਂ ਜਿਵੇਂ ਪ੍ਰਧਾਨ ਮੰਤਰੀ ਹੋਰੀ ਕਹਿੰਦੇ ਨੇ ਕਿ ਕਾਂਗਰਸ ਮੁਕਤ ਭਾਰਤ, ਉਹਨਾਂ ਨੂੰ ਦੂਜਿਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜੇ ਜਿਹੜੇ ਰੁਝਾਨ ਚੱਲ ਰਹੇ ਨੇ, ਜੇ ਇਹ ਨਤੀਜਿਆਂ ਦੇ ਵਿੱਚ ਤਬਦੀਲ ਹੋ ਗਏ ਤਾਂ ਮੈਂ ਅੱਜ ਦਾਅਵੇ ਨਾਲ ਕਹਿਣਾ ਕਿ ਭਾਰਤ ਦੇ ਵਿੱਚ ਤੀਜੇ ਫਰੰਟ ਦਾ ਨੀਂਹ ਰੱਖਿਆ ਗਿਆ ਜੀ। ਭਾਵੇਂ ਉਹਦੇ ਵਿੱਚ ਕਾਂਗਰਸ ਮੁਕਤ ਹੀ ਕਿਉਂ ਨਾ ਹੋਵੇ, ਤੀਜੇ ਫਰੰਟ ਦਾ ਨੀਂਹ ਧਰਿਆ ਗਿਆ। ਤਾਂ ਜਿਹੜੀਆਂ ਸਥਾਨਕ ਪਾਰਟੀਆਂ ਨੇ, ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ, ਹਰਿਆਣੇ ਦੇ ਵਿੱਚ ਚੌਟਾਲਾ ਸਾਹਿਬ ਦੀ ਇਹ ਪਾਰਟੀ ਹੈ, ਉਹਨਾਂ ਦੇ ਪੋਤਰੇ ਦੀ ਪਾਰਟੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ, ਹੁਣ ਉਹਨਾਂ ਨੂੰ ਕਮਰ ਕਸੇ ਲਾ ਲੈਣੇ ਚਾਹੀਦੇ ਨੇ। ਅਗਲੇ ਸਮੇਂ ਵਿੱਚ ਉਹਨਾਂ ਦੀ ਜਿਹੜੀ ਭੂਮਿਕਾ ਉਹ ਮਹੱਤਵਪੂਰਵਕ
ਹੋਵੇਗੀ ਸੋ ਉਹਨਾਂ ਨੂੰ ਮੈਦਾਨ 'ਚ ਆਉਣਾ ਚਾਹੀਦਾ ਤੇ ਇਹ ਜਦੋਂ ਅੱਜ ਸ਼ਾਮ ਨੂੰ ਆਪਾਂ ਬਹਿ ਕੇ ਗੱਲ ਕਰਾਂਗੇ ਅਗਲੇ ਬੁਲਟਨ ਦੇ ਵਿੱਚ ਤਾਂ ਉਸ ਵੇਲੇ ਗੱਲ ਕੀਤੀ ਜਾਊਗੀ ਕਿ ਪੰਜਾਬ ਦੇ ਜਿਹੜਾ ਹਿੰਦੁਸਤਾਨ ਦੇ ਵਿੱਚ ਇੱਕ ਤੀਜੇ ਫਰੰਟ ਦਾ ਮੋੜ ਪੈ ਗਿਆ। ਬਿਲਕੁਲ ਢਿੱਲੋਂ ਸਾਹਿਬ, ਅੰਕੜੇ ਇੱਕ ਵਾਰ ਫਿਰ ਤੋਂ ਦੱਸ ਦਈਏ ਦਰਸ਼ਕਾਂ ਨੂੰ, ਦਰਸ਼ਕਾਂ ਦੀਆਂ ਨਜ਼ਰਾਂ ਦੇਸ਼ ਵਿਦੇਸ਼ ਦੇ ਜਿੰਨੇ ਵੀ ਦਰਸ਼ਕ ਨੇ ਟਿਕੀਆਂ ਹੋਈਆਂ ਨੇ ਇਸ ਵੇਲੇ ਚੋਣ ਨਤੀਜਿਆਂ ਦੇ ਉੱਤੇ। 5 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਤੇ ਹੁਣ ਜਿਹੜੇ ਅੱਜ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ, ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ। ਗੱਲ ਕੀਤੀ ਜਾਵੇ ਪੱਛਮੀ ਬੰਗਾਲ ਦੀ ਤਾਂ ਪੱਛਮੀ ਬੰਗਾਲ ਦੇ ਵਿੱਚ 292 ਚੋਂ 286 ਸੀਟਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ, ਜਿਸ ਦੇ ਵਿੱਚ TMC ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ 164 ਸੀਟਾਂ ਦੇ ਉੱਤੇ ਤੇ ਭਾਜਪਾ 115 ਸੀਟਾਂ ਦੇ ਉੱਤੇ ਚੱਲ ਰਹੀ ਹੈ। ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ 148 ਦਾ। ਬਿਲਕੁਲ ਬਹੁਮਤ ਵਾਲਾ ਅੰਕੜਾ TMC ਪਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਗੱਲ ਕੀਤੀ ਜਾਵੇ ਪੁਡੂਚੇਰੀ ਦੀ ਤਾਂ 14 ਸੀਟਾਂ ਦੇ ਰੁਝਾਨ ਆ ਚੁੱਕੇ ਨੇ। 30 ਸੀਟਾਂ ਟੋਟਲ ਨੇ ਪੁਡੂਚੇਰੀ ਦੇ ਵਿੱਚ। ਤਾਮਿਲਨਾਡੂ ਦੇ ਵਿੱਚ 234 ਸੀਟਾਂ ਨੇ ਤੇ 203 ਦੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ, ਜਿਹਦੇ ਵਿੱਚ ADMK 62 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ। ਕੇਰਲ ਦੇ ਵਿੱਚ ਵੀ ਜਿਹੜਾ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ। ਪੁਡੂਚੇਰੀ ਦੀ ਗੱਲ ਕੀਤੀ ਜਾਵੇ ਤਾਂ NDA 10 ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਪੁਡੂਚੇਰੀ ਦੇ ਵਿੱਚ। ਤੇ ਦੱਸ ਹੀ ਰਹੇ ਹਾਂ ਨਾਲ ਦੀ ਨਾਲ ਅਸੀਂ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ, ਜਿਸ ਤੋਂ ਉਮੀਦਾਂ ਵੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਤ੍ਰਿਣਮੂਲ ਕਾਂਗਰਸ ਆ ਸਕਦੀ ਹੈ ਪੱਛਮੀ ਬੰਗਾਲ ਦੇ ਵਿੱਚ, ਮਮਤਾ ਬੈਨਰਜੀ ਦੀ ਜਿੱਤ ਹੋ ਸਕਦੀ ਹੈ। ਗੱਲ ਕੀਤੀ ਜਾਵੇ ਢਿੱਲੋਂ ਸਾਹਿਬ EVM ਮਸ਼ੀਨਾਂ ਦੀ, EVM ਮਸ਼ੀਨਾਂ ਨੂੰ ਲੈ ਕੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਨੇ ਕਿ ਇਹਨਾਂ ਦੇ ਨਾਲ ਗੜਬੜੀ ਹੁੰਦੀ ਹੈ ਤਾਂ ਹੀ ਭਾਜਪਾ ਸਰਕਾਰ ਬਣਦੀ ਹੈ। ਇੱਥੋਂ ਤੱਕ ਕਿ ਕਾਂਗਰਸ ਵਾਲੇ ਇਹ ਕਹਿੰਦੇ ਨੇ ਕਿ ਜੇਕਰ ਧਰਤੀ ਤੇ ਬੈਠੇ ਹੋਏ ਸੈਟੇਲਾਈਟ ਨੂੰ ਅੰਤਰਿਕਸ਼ ਦੇ ਵਿੱਚ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਇਹ ਵੀ ਇੱਕ ਡਿਵਾਈਸ ਹੈ EVM, ਜਿਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੀ। ਕਾਂਗਰਸ ਦੀ ਸਥਿਤੀ ਅਸੀਂ ਸਾਰੇ ਜਾਣ ਚੁੱਕੇ ਹਾਂ ਕਿ ਬੜਾ ਉਹਨਾਂ ਦਾ ਗ੍ਰਾਫ ਥੱਲੇ ਜਾ ਚੁੱਕਿਆ ਹੈ। ਤੁਹਾਨੂੰ ਕੀ ਲੱਗਦਾ ਹੈ EVM ਮਸ਼ੀਨਾਂ ਸਹੀ ਮਾਇਨਿਆਂ ਦੇ ਵਿੱਚ ਹੈਕ ਕੀਤੀਆਂ ਜਾ ਸਕਦੀਆਂ ਨੇ? ਦੇਖੋ ਇਹ ਸਵਾਲ ਬਹੁਤ ਵੱਡਾ ਸਵਾਲ ਇਸ ਕਰਕੇ ਪੈਦਾ ਹੋਇਆ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹ ਬਿਜਲਈ ਵੋਟਿੰਗ ਮਸ਼ੀਨਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਇਹਨਾਂ ਤੇ ਚੋਣਾਂ ਨਹੀਂ ਕਰਾ ਰਹੇ। ਕਿਉਂ ਨਹੀਂ ਕਰਾ ਰਹੇ ਜੀ? ਉਹ ਪਰਚੀ ਤੇ ਚੋਣਾਂ ਕਰਾਉਂਦੇ ਨੇ। ਇੱਥੋਂ ਤੱਕ ਕਿ ਸੁਪਰ ਪਾਵਰ ਅਮਰੀਕਾ ਉਹ ਵੀ ਪਰਚੀ ਤੇ ਚੋਣ ਕਰਾਉਂਦੀ ਆ। ਉਹ ਕਿਉਂ ਨਹੀਂ ਕਰਾਉਂਦੇ ਹੈਗੇ? ਪਹਿਲੀ ਗੱਲ। ਦੂਜੀ ਗੱਲ, ਜਿਹੜਾ ਦੇਸ਼ ਦਾ ਚੋਣ ਕਮਿਸ਼ਨ ਹੈ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ। ਦੇਸ਼ ਦਾ ਚੋਣ ਕਮਿਸ਼ਨ ਇਹਨਾਂ ਬਾਰੇ ਬਾਕੀ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਕੱਠਾ ਕਰੇ ਔਰ ਇਹ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੇ, ਬਿਜਲਈ ਮਸ਼ੀਨਾਂ ਨੇ, ਇਹਨਾਂ ਦੇ ਉੱਤੇ ਕੰਮ ਕਰੇ, ਇਹਨਾਂ ਨੂੰ ਰੱਖੇ, ਇਹਨਾਂ ਨੂੰ ਚੈਲੰਜ ਕਰੇ ਕਿ ਆਓ ਜਿਹੜਾ ਬੰਦਾ ਇਹਨੂੰ ਹੈਕ ਕਰ ਸਕਦਾ ਉਹ ਹੈਕ ਕਰਕੇ ਦਿਖਾਵੇ। ਨਹੀਂ ਤਾਂ ਇਹ ਰਾਮ ਰੌਲਾ ਖਤਮ ਹੋਣਾ ਚਾਹੀਦਾ। ਇੱਕ ਵਾਰੀ ਇਹਦੇ ਤੇ ਸਾਰਾ ਮਾਮਲਾ ਨਿਬੜਨਾ ਚਾਹੀਦਾ। ਤੇ ਜੇ ਇਹਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਗੜਬੜ ਹੈਗੀ ਹੈ ਤੇ ਫਿਰ ਅਸੀਂ ਵੀ ਇਹ ਕਾਹਦੇ ਵਾਸਤੇ ਲਿਆਂਦੀਆਂ ਨੇਗੀਆਂ, ਅਸੀਂ ਵੀ ਕਿਸੇ ਹੋਰ ਚੀਜ਼ ਦੇ ਨਾਲ ਜਿਹੜੀਆਂ ਚੋਣਾਂ ਉਹ ਕਰਵਾਈਏ। ਸੋ ਇਹ ਤਾਂ ਜਿਹੜਾ ਚੋਣ ਕਮਿਸ਼ਨ ਦਾ ਕੰਮ ਬਣਦਾ ਹੈਗਾ। ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਉਹ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਸ ਭੰਬਲ ਭੂਸੇ ਦੇ ਵਿੱਚੋਂ ਕੱਢੇ, ਇਹਦੇ 'ਚ ਦੱਸੇ ਕਿ ਇਹ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ। ਜੇ ਨਹੀਂ ਹੋ ਸਕਦੀਆਂ ਤਾਂ ਵੀ ਦੱਸਿਆ ਜਾਵੇ। ਜਦ ਕੋਈ ਧਿਰ ਇਹੋ ਜਿਹੀ ਹੋਵੇ, ਕੋਈ ਐਕਸਪਰਟ ਇਹੋ ਜਿਹਾ ਹੋਵੇ, ਮਾਹਰ ਇਹੋ ਜਿਹਾ ਹੋਵੇ ਜਿਹੜਾ ਇਹ ਕਰਕੇ ਦਿਖਾ ਦੇ ਕਿ ਆਹ ਲਓ ਜੀ ਜਿਹੜੀਆਂ ਇਹ ਬਿਜਲਈ ਮਸ਼ੀਨਾਂ ਨੇ ਇਹਨਾਂ ਨੂੰ ਹੈਕ ਕੀਤਾ ਜਾ ਸਕਦਾ, ਇਹਨਾਂ ਦਾ ਨਤੀਜਾ ਬਦਲਿਆ ਜਾ ਸਕਦਾ ਹੈ। ਇਹ ਚਰਚਾ ਦਾ ਬਹੁਤ ਦੇਰ ਤੋਂ ਚੱਲਦੀਆਂ ਪਈਆਂ ਨੇ ਕਿਉਂਕਿ ਜਦੋਂ ਤੋਂ ਮਸ਼ੀਨਾਂ ਆਈਆਂ ਉਦੋਂ ਤੋਂ ਕੁਝ ਮਸ਼ੀਨਾਂ ਜਿਹੜੀਆਂ ਸੀਗੀਆਂ ਉਹ ਪੂਰੀਆਂ ਨਹੀਂ ਆਈਆਂ। ਇਹ ਇੱਕ ਸਵਾਲ ਉੱਠਦਾ ਪਿਆ ਹੈਗਾ। ਦੂਜਾ, ਕਈ ਥਾਵਾਂ ਦੇ ਉੱਤੇ ਕਈਆਂ ਨੇ ਕਿਹਾ ਕਿ ਆਹ ਦੇਖੋ ਜੀ ਅਸੀਂ ਹੈਕ ਕਰ ਸਕਦੇ, ਜਿਵੇਂ ਤੁਸੀਂ ਕਿਹਾ ਕਿ ਸੈਟੇਲਾਈਟ ਨੂੰ ਜੇ ਕਾਬੂ ਕੀਤਾ ਜਾ ਸਕਦਾ ਤਾਂ ਇਹ ਵੀ ਇੱਕ ਡਿਵਾਈਸ ਹੈ। ਡਿਵਾਈਸ ਜਿਹੜੀ ਹੈ ਉਹਦੇ ਤੇ ਵੀ ਜਿਹੜਾ ਹੈਗਾ ਉਹ ਫਰਕ ਪੈ ਸਕਦਾ। ਇਹ ਮਤਲਬ ਜਾਂਚ ਦਾ ਵਿਸ਼ਾ ਹੈ। ਇਹਨੂੰ ਲੋਕਾਂ ਦੇ ਵਿੱਚ, ਲੋਕ ਕਚਹਿਰੀ 'ਚ ਲਿਆ ਕੇ ਇਹਦੇ ਤੇ ਜਿਹੜਾ ਇੱਕ ਵਾਰੀ ਕਲੀਅਰ ਕਰ ਦੇਣਾ ਚਾਹੀਦਾ। ਹੋ ਸਕਦਾ ਜਾਂ ਨਹੀਂ ਹੋ ਸਕਦਾ, ਤਾਂ ਕਿ ਹਰ ਵਾਰ ਇਹਦੇ ਤੇ ਇਹ ਜਿਹੜੀ ਫਜ਼ੂਲ ਦੀ ਐਕਸਰਸਾਈਜ਼ ਹੁੰਦੀ ਆ ਉਹ ਨਾ ਹੋਵੇ।